घट घट के अंतर की जानत, भले बुरे की पीर पछानत। गुरु प्यारी साध संगत जीओ, सतगुरु पातशाह ਦੇ ਚਰਨਾਂ ਚ ਲਵਾਓ ਹਾਜ਼ਰੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਵਿਚਾਰ ਕਰ ਰਹੇ ਸੀ ਅਰਦਾਸ ਕਿ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਮਾਤ ਗਰਭ ਦੇ ਵਿੱਚ ਜਦੋਂ ਇਸ ਜੀਵ ਨੇ ਲਿਵ ਜੋੜੀ ਤਾਂ ਉਸ ਪਰਮੇਸ਼ਰ ਨੇ ਮਾਤ ਗਰਭ ਦੇ ਵਿੱਚ ਰੱਖਿਆ ਕੀਤੀ। ਅਰਦਾਸ ਕੀ ਹੈ? ਮਾਲਕ ਦੇ ਚਰਨਾਂ ਦੇ ਵਿੱਚ ਇਸ ਚਿੱਤ ਨੂੰ ਜੋੜਨਾ, ਮਾਲਕ ਦੇ ਚਰਨਾਂ ਵਿੱਚ ਲਿਵ ਜੋੜ ਕੇ ਉਹਦੇ ਅੱਗੇ ਕੀਤਾ ਹੋਇਆ ਤਰਲਾ, ਪਰਮੇਸ਼ਰ ਦੇ ਅੱਗੇ ਆਪਣੇ ਮਨ ਦੀ ਵੇਦਨਾ ਨੂੰ ਰੱਖ ਦੇਣਾ ਆਪਣੇ ਮਾਲਕ ਦੇ ਅੱਗੇ। ਵਿਵੇਕ ਬੁੱਧ ਮਹਾਂਪੁਰਖਾਂ ਨੇ, ਰੱਬ ਦੇ ਪਿਆਰਿਆਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਹੈ ਕਿ ਭਾਈ ਉਹ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗੇ ਆ, ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗੇ ਆ। ਚਾਰ ਗੱਲਾਂ ਜੋ ਅਰਦਾਸ ਦੇ ਚਾਰ ਅੱਖਰਾਂ ਤੋਂ ਸਮਝਾਉਣ ਦਾ ਯਤਨ ਕੀਤਾ ਹੈ ਕਿ ਅਰਦਾਸ ਦਾ ਜੋ ਪਹਿਲਾ ਆੜਾ ਹੈ, ਆੜੇ ਤੋਂ ਭਾਵ ਅਰਦਾਸ ਕਰਨ ਵਾਲਿਆਂ ਸਮਝ ਲਈ ਕਿ ਉਹ ਪਰਮੇਸ਼ਰ ਸਤਿਗੁਰੂ ਉਹ ਅੰਤਰਜਾਮੀ ਹੈ। ਉਹ ਅੰਤਰਜਾਮੀ ਹੈ ਜਿਹਦੇ ਚਰਨਾਂ ਵਿੱਚ ਅਰਦਾਸ ਕਰਨ ਲੱਗਿਆ ਹੈ। ਸੱਚ ਜਾਣੀ ਉਹ ਤੇਰੇ ਅੰਦਰ ਦੀ ਅਵਸਥਾ ਨੂੰ, ਤੇਰੇ ਕਰਮ ਨੂੰ ਜਾਣ ਰਿਹਾ ਹੈ। ਉਸ ਦੇ ਅੱਗੇ ਸ਼ਬਦਾਂ ਦਾ ਹੇਰ ਫੇਰ ਝੂਠ ਨਾ ਬੋਲੀ, ਕਿਉਂਕਿ ਤੇਰੇ ਅੰਦਰ ਦੀ ਅਵਸਥਾ ਨੂੰ, ਤੇਰੇ ਅੰਦਰ ਦੀ ਭਾਵਨਾ ਨੂੰ ਉਹ ਸਮਝ ਰਿਹਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਪਹਿਲੀ ਗੱਲ ਸਮਝ ਲਈ ਕਿ ਉਹ ਅੰਤਰਜਾਮੀ ਹੈ। ਦੂਸਰਾ ਅੱਖਰ ਹੈ ਰਾਰਾ, ਰਾਰੇ ਤੋਂ ਭਾਵ ਰਖਵਾਲਾ। ਇਹ ਸਮਝ ਲਈ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗਿਆ, ਉਹ ਸਦਾ ਰਖਵਾਲਾ ਹੈ, ਰਾਖੀ ਕਰਨ ਵਾਲਾ ਹੈ। ਰਾਖਾ ਇੱਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰਜਾਮੀ। ਉਹ ਰੱਖਿਆ ਕਰਨ ਵਾਲਾ ਹੈ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਉਹ ਪਰਮੇਸ਼ਰ ਨੇ ਹਮੇਸ਼ਾ ਹੀ ਆਪਣੇ ਭਗਤਾਂ ਦੀ ਲਾਜ ਰੱਖੀ ਹੈ। ਇਹ ਅਰਦਾਸ ਕਰਨ ਵਾਲੇ ਜੀ, ਇਹ ਤੇਰੇ ਮਨ ਦੇ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ ਕਿ ਪਰਮੇਸ਼ਰ ਰੱਖਿਆ ਕਰਨ ਵਾਲਾ ਹੈ। ਉਹ ਧੁਰ ਤੋਂ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ। ਗੁਰਬਾਣੀ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਪ੍ਰਲਾਦ ਜਨ ਤੁਧ ਰਾਖ ਲਏ ਹਰ ਜੀਓ। ਜਿਸ ਪ੍ਰਲਾਦ ਨੇ ਉਸ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖਿਆ, ਆਪਣਾ ਚਿੱਤ ਉਸ ਵਿੱਚ ਜੋੜੀ ਰੱਖਿਆ, ਕਹਿਣ ਲੱਗੇ ਉਹ ਪ੍ਰਲਾਦ ਦੀ ਰੱਖਿਆ ਪਰਮੇਸ਼ਰ ਨੇ ਕੀਤੀ। ਪ੍ਰਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਪਰ ਜਿਹੜਾ ਹਰਨਾਕਸ਼ ਪ੍ਰਲਾਦ ਨੂੰ ਮਾਰਨਾ ਚਾਹੁੰਦਾ ਸੀ, ਪਰਮੇਸ਼ਰ ਨੇ ਐਸੀ ਅਰਦਾਸ ਪ੍ਰਲਾਦ ਦੀ ਸੁਣੀ, ਹਰਨਾਕਸ਼ ਨੂੰ ਹੀ ਮਾਰ ਦਿੱਤਾ। ਕਹਿਣ ਲੱਗੇ ਰਾਰਾ ਅੱਖਰ ਕਹਿੰਦਾ ਕਿ ਉਹ ਰਖਵਾਲਾ ਹੈ, ਕਿ ਉਹਦੀ ਸ਼ਰਨ ਵਿੱਚ ਪਏਗਾ ਉਹਨੇ ਰੱਖਿਆ ਕਰਨੀ ਹੈ। ਤੀਸਰਾ ਹੈ ਅੱਖਰ ਦੱਦਾ, ਦੱਦੇ ਤੋਂ ਭਾਵ ਦਾਤਾਰ। ਉਹ ਦਾਤਾਰ ਦਾਤਾ ਹੈ, ਹੋਰ ਸੰਸਾਰ ਦੇ ਵਿੱਚ ਕੋਈ ਦਾਤਾ ਨਹੀਂ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਉਹ ਸਭਨਾਂ ਨੂੰ ਦੇਣ ਵਾਲਾ ਹੈ। ਉਹ ਕਿੱਡੀ ਕੁ ਸਮਰੱਥਾ ਦਾ ਮਾਲਕ ਹੈ। ਪਾਤਸ਼ਾਹ ਜੀ ਨੇ ਲਿਖ ਦਿੱਤਾ, ਦਿੰਦਾ ਤੋਟ ਨਾ ਆਵਈ, ਅਗਨਤ ਭਰੇ ਭੰਡਾਰ। ਉਹਦੇ ਭੰਡਾਰਿਆਂ ਦੇ ਵਿੱਚ ਕੋਈ ਤੋਟ ਨਹੀਂ ਹੈ, ਕੋਈ ਕਮੀ ਨਹੀਂ ਹੈ। ਉਹਦੇ ਭੰਡਾਰੇ ਹਮੇਸ਼ਾ ਭਰੇ ਹਨ। ਦੇਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਕਹਿਣ ਲੱਗੇ ਉਹ ਇੰਨਾ ਦੇ ਰਿਹਾ, ਜੁਗਾਂ ਤੋਂ ਜੁਗੰਤਰਾਂ ਤੋਂ। ਸੰਸਾਰੀ ਜੀਵ
ਇਹ ਸ੍ਰਿਸ਼ਟੀ ਦੇ ਜੀਵ ਖਾਂਦੇ ਆ ਰਹੇ ਨੇ, ਪਰ ਉਹਦੇ ਭੰਡਾਰਿਆਂ ਦੇ ਵਿੱਚ ਕੋਈ ਕਮੀ ਨਹੀਂ ਆਈ। ਉਹ ਥੱਕ ਜਾਂਦੇ ਨੇ ਲੈ ਲੈ ਕੇ, ਇਹ ਸੰਸਾਰ ਤੇ ਆਉਂਦੇ ਚਲੇ ਜਾਂਦੇ ਨੇ, ਹੋਰ ਆ ਜਾਂਦੇ ਐ, ਪਰ ਪਰਮੇਸ਼ਰ ਦੇ ਭੰਡਾਰਿਆਂ ਦੇ ਵਿੱਚ ਕਦੀ ਕਮੀ ਨਹੀਂ ਆਈ। ਉਹ ਦਾਤਾ ਐਸਾ ਹੈ, ਉਹ ਸਭ ਨੂੰ ਦੇਣ ਵਾਲਾ ਹੈ, ਉਹ ਇੱਕੋ ਹੀ ਹੈ। ਉਹ ਇੱਕੋ ਹੀ ਹੈ, ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ। ਦਿੰਦੇ ਟੋਟ ਨਾ ਬਈ, ਅਗਨਤ ਭਰੇ ਭੰਡਾਰ। ਇਹ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਵਾਲੇ ਜੀਵ, ਇਹ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਦਾਤੇ ਦੇ ਕੋਲੋਂ ਤੂੰ ਮੰਗਣ ਚੱਲੇ ਹੈ, ਉਹ ਸਭਨਾਂ ਨੂੰ ਦੇਣ ਵਾਲਾ ਹੈ। ਉਹਦੇ ਭੰਡਾਰ ਹਮੇਸ਼ਾ ਭਰੇ ਨੇ। ਚੌਥੀ ਗੱਲ ਕਹਿ ਦਿੱਤੀ, ਸੱਚਾ ਸਹਾਰਾ। ਉਹ ਆਸਰਾ ਹੈ, ਉਹ ਆਸਰਾ ਹੈ, ਗਰਕ ਹੋਏ ਜੀਵਨ ਨੂੰ ਸਹਾਰਾ ਦਿੰਦਾ ਹੈ। ਜੇ ਕੋਈ ਜੀਵ ਡੁੱਬ ਰਿਹਾ ਹੈ ਤਾਂ ਉਹ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕਰਕੇ ਉਹ ਗਰਕਿਆ ਹੋਇਆ ਜੀਵਨ ਵੀ ਸਵਾਰ ਦਿੰਦਾ ਹੈ। ਗਰਕ ਹੋਏ ਜੀਵਨ ਨੂੰ ਸਹਾਰਾ ਦੇਣ ਵਾਲਾ ਹੈ। ਜੇ ਕੋ ਡੂਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾਤਾਰ। ਉਹ ਸੱਚਾ ਸਰਬ ਦਾਤਾਰਾ ਹੈ, ਦਾਤਾ ਹੈ, ਡੁੱਬਦੇ ਹੋਏ ਨੂੰ ਤਾਰਨ ਵਾਲਾ ਹੈ, ਗਰਕ ਹੋਏ ਜੀਵਨ ਨੂੰ ਤਾਰਨ ਵਾਲਾ ਹੈ। ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਬਚਨ ਕੀਤੇ ਹਨ ਕਿ ਪਰਮੇਸ਼ਰ ਦੇ ਅੱਗੇ ਬੇਨਤੀ ਕਰਦੇ ਆ, ਅਕਾਲ ਪੁਰਖ ਦੇ ਸਤਿਗੁਰੂ ਦੇ ਅੱਗੇ ਅਰਦਾਸ ਕਰਦੇ ਆ, ਤਿੰਨ ਗੁਣ ਹੋਣੇ ਚਾਹੀਦੇ ਆ। ਤਿੰਨ ਗੁਣ ਹੋਣੇ ਚਾਹੀਦੇ ਆ। ਸਿਦਕ ਹੋਣਾ ਚਾਹੀਦਾ, ਸਿਦਕ ਹੋਣਾ ਚਾਹੀਦਾ। ਪਹਿਲੀ ਗੱਲ ਨਿਮਰਤਾ। ਜਿਸ ਪ੍ਰਭੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਲੱਗੇ ਐ, ਸੱਚ ਜਾਣੀ ਉੱਥੇ ਨਿਮਰਤਾ ਹੋਏ ਤੇਰੇ ਕੋਲ, ਤੇਰੇ ਕੋਲ ਨਿਮਾਣਾਪਣ ਹੋਏ। ਮਾਣ ਨਾ ਕਰੀ ਆਪਣੀ ਕਿਸੇ ਵੀ ਸੰਸਾਰੀ ਦੌਲਤ ਸ਼ੋਹਰਤ ਦਾ, ਉਹਦੇ ਅੱਗੇ ਮਾਣ ਨਾ ਕਰੀ, ਵੱਡਾ ਹੋ ਕੇ ਨਾ ਮੰਗੀ। ਕਹਿਣ ਲੱਗੇ ਨਿਮਰਤਾ ਨਿਮਾਣਾਪਣ, ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ। ਕੈਸੀ ਨਿਮਰਤਾ? ਪਹਿਲੀ ਗੱਲ ਨਿਮਰਤਾ ਹੋਏ ਉਸ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਆਪਣਾ ਆਪ ਛੱਡ ਕੇ, ਵੱਡਾਪਣ ਛੱਡ ਕੇ, ਹਉਮੈ ਛੱਡ ਕੇ, ਹੰਕਾਰ ਛੱਡ ਕੇ, ਬਸ ਕਹਿ ਦਈ। ਭਗਤ ਕਬੀਰ ਜੀ ਕਹਿਣ ਲੱਗੇ, ਮੈਂ ਨਾਹੀ ਕਸ ਆਹੇ ਨਾ ਮੋਰਾ, ਤਨ ਧਨ ਸਭ ਰਸ ਗੋਬਿੰਦ ਤੋਰਾ। ਹੇ ਗੋਬਿੰਦ, ਸ੍ਰਿਸ਼ਟੀ ਦੇ ਮਾਲਕ, ਮੇਰਾ ਕੁਝ ਵੀ ਨਹੀਂ ਹੈ। ਮੈਂ ਨਾਹੀ ਕਸ ਆਹੇ ਨਾ ਮੋਰਾ, ਮੇਰਾ ਕੁਝ ਵੀ ਨਹੀਂ ਹੈ, ਨਾ ਮੈਂ ਕੁਝ ਹਾਂ। ਮੈਂ ਕੁਝ ਵੀ ਨਹੀਂ, ਮੇਰਾ ਕੁਝ ਵੀ ਨਹੀਂ। ਤਾਨ ਆ ਸਰੀਰ, ਧਨ ਆ ਧਨ ਦੌਲਤ, ਸਭ ਰਸ ਜਿਨੇ ਮੈਂ ਰਸ ਭੋਗ ਰਿਹਾ ਹਾਂ। ਗੋਬਿੰਦ ਤੋਰਾ, ਹੇ ਪਰਮੇਸ਼ਰ, ਇਹ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਨੇ, ਇਹ ਸਭ ਕੁਝ ਤੇਰਾ ਹੈ। ਉੱਥੇ ਨਾ ਕਹੀਆਂ ਮੇਰਾ ਹੈ, ਨਹੀਂ ਨਹੀਂ, ਇਹ ਸਭ ਕੁਝ ਹੈ ਪਰਮੇਸ਼ਰ, ਤੇਰਾ ਹੈ। ਅਕਾਲ ਪੁਰਖ ਵਾਹਿਗੁਰੂ, ਮੇਰਾ ਕੁਝ ਵੀ ਨਹੀਂ ਹੈ, ਨਾ ਹੀ ਮੈਂ ਕੁਝ ਹਾਂ। ਪਹਿਲੀ ਗੱਲ ਐਸੀ ਨਿਮਰਤਾ ਤੇਰੇ ਕੋਲ ਹੋਣੀ ਚਾਹੀਦੀ ਆ। ਦੂਜਾ ਕਹਿ ਦਿੱਤਾ ਸਿਦਕ, ਤੇਰੇ ਕੋਲ ਸਿਦਕ ਹੋਣਾ ਚਾਹੀਦਾ, ਸਿਦਕ ਹੋਣਾ ਚਾਹੀਦਾ। ਸਿਦਕ ਹੈ ਭਰੋਸਾ, ਸਿਦਕ ਹੈ ਉਹ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਤੇਰਾ ਵਿਸ਼ਵਾਸ। ਤੂੰ ਅਟਲ ਉਸ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਈਂ। ਸਿੱਖੀ ਤੇ ਸਿਦਕ ਹੋਵੇ ਤੇਰੇ ਕੋਲ, ਔਰ ਸਿਦਕ ਕੈਸਾ ਹੋਵੇ ਤਾਂ ਭਾਈ ਗੁਰਦਾਸ ਜੀ ਲਿਖਦੇ ਨੇ, ਤੈਨੂੰ ਉਦਾਹਰਨਾਂ ਦੇ ਕੇ ਸਮਝਾਇਆ ਤੇਰੇ ਕੋਲ ਕੈਸਾ ਸਿਦਕ ਹੋਣਾ ਚਾਹੀਦਾ, ਕੈਸਾ ਸਿਦਕ ਹੋਣਾ ਚਾਹੀਦਾ। ਭਾਈ ਗੁਰਦਾਸ ਜੀ ਆਪਣੀ ਵਾਰ ਅੰਦਰ ਲਿਖ ਰਹੇ ਨੇ, ਕਹਿਣ ਲੱਗੇ ਆਬਤ ਹੈ ਜਾਂ ਕੇ ਭੀਖ, ਮੰਗਨ ਭਿਖਾਰੀ ਦੀਨ, ਦੇਖਤ ਅਧੀਨੈ ਨਰਾਸੋ ਨਾ ਬਿਡਾਰ ਹੈ। ਪਹਿਲੀ ਗੱਲ ਭਿਖਾਰੀ ਦੀ ਉਦਾਹਰਨ ਦਿੱਤੀ ਹੈ ਕਿ ਭਿਖਾਰੀ ਆਉਂਦਾ ਹੈ, ਜਦੋਂ ਭਿਖਾਰੀ ਕਿਸੇ ਦੇ ਦਰ ਦੇ ਅੱਗੇ ਆ ਜਾਂਦਾ ਹੈ ਭੀਖ ਮੰਗਣ ਦੇ ਲਈ, ਆਬਤ ਹੈ ਜਾਂ ਕੈ ਜਿਹਦੇ ਘਰ ਭੀਖ ਮੰਗਣ ਭਿਖਾਰੀ ਦੀਨ, ਭੀਖ ਮੰਗਣ ਦੇ ਲਈ ਭਿਖਾਰੀ ਜਨ ਆਉਂਦਾ ਹੈ। ਦੇਖਤ ਅਧੀਨੈ, ਕਹਿਣ ਲੱਗੇ ਨਰਾਸੋ ਨਾ ਬਿਡਾਰ ਹੈ, ਪਰ ਉਹਦੀ ਅਧੀਨਗੀ ਨੂੰ ਦੇਖ ਕੇ
ਜੇ ਉਹ ਕੁਝ ਨਹੀਂ ਵੀ ਪਾਉਂਦਾ, ਕਹਿੰਦੇ ਭਿਖਾਰੀ ਨਿਰਾਸ਼ ਨਹੀਂ ਹੁੰਦਾ। ਨਿਰਾਸ਼ ਨਹੀਂ ਹੁੰਦਾ, ਉਹ ਵਾਰ-ਵਾਰ ਫਿਰ ਮੰਗਦਾ ਹੈ, ਫਿਰ ਵਾਰ-ਵਾਰ ਮੰਗਦਾ ਹੈ। ਜਦੋਂ ਕਿਸੇ ਕੋਲ ਮੰਗਣ ਜਾਂਦਾ ਹੈ ਭਿਖਾਰੀ, ਜੇ ਉਹਨੂੰ ਝਿੜਕਦਾ ਵੀ ਹੈ, ਨਹੀਂ ਵੀ ਪਾਉਂਦਾ, ਵਾਰ-ਵਾਰ ਮੰਗਦਾ ਹੈ, ਨਿਰਾਸ਼ ਨਹੀਂ ਹੁੰਦਾ, ਉਹ ਮੰਗਣਾ ਛੱਡ ਨਹੀਂ ਦਿੰਦਾ। ਉਹ ਹਮੇਸ਼ਾ ਉਹਦੇ ਦਰ ਤੇ ਮੰਗਦਾ ਹੈ। ਦੂਜੀ ਗੱਲ ਕਹਿ ਦਿੱਤੀ ਕੁੱਤਾ। ਕੁੱਤੇ ਵਰਗਾ ਤੇਰਾ ਸਿਦਕ ਹੋਣਾ ਚਾਹੀਦਾ ਹੈ। ਕਿਹੋ ਜਿਹਾ ਕੁੱਤੇ ਵਰਗਾ ਸਿਦਕ? ਕਹਿਣ ਲੱਗੇ ਬੈਠਤ ਹੈ ਜਾਂ ਕੇ ਦੁਆਰ, ਆਸਾ ਕਹਿ ਬਿਡਾਰ ਸੁਵਾਨ। ਕਹਿੰਦੇ ਕੁੱਤਾ ਜੇ ਕਿਸੇ ਦੇ ਦਰ ਤੇ ਬਾਹਰ ਆ ਕੇ ਬਹਿ ਜਾਵੇ, ਆਸ ਲੈ ਕੇ ਆਉਂਦਾ ਕੁੱਤਾ ਕਿ ਇਸ ਘਰ ਵਿੱਚੋਂ ਮੈਨੂੰ ਕੁਝ ਮਿਲੇਗਾ। ਕਹਿੰਦੇ ਜੇ ਕੁੱਤਾ ਬੈਠਿਆ ਰਹਿੰਦਾ, ਜਾਂਦਾ ਨਹੀਂ, ਉਹ ਦਰ ਨਹੀਂ ਛੱਡਦਾ। ਐਤ ਕਰ ਨਾ ਕਹਿ, ਕਹਿਣ ਲੱਗੇ ਮਤ ਕਰਨਾ ਕਹਿ ਤੋਰ, ਟੂਕ ਤਾਹੇ ਡਾਰ ਹੈ। ਫਿਰ ਉਹ ਘਰ ਵਾਲਾ ਮਾਲਕ ਕਹਿੰਦੇ ਤੋੜ ਕੇ ਟੁੱਕਾ ਜਿਹੜਾ ਕੁੱਤੇ ਨੂੰ ਪਾ ਦਿੰਦਾ ਹੈ। ਜਦੋਂ ਕੁੱਤਾ ਉਹਦੇ ਦਰ ਤੇ ਆ ਕੇ ਬੈਠਿਆ ਰਹਿੰਦਾ ਨਹੀਂ ਜਾਂਦਾ, ਤਾਂ ਘਰ ਦਾ ਮਾਲਕ ਕਹਿੰਦਾ ਇਹ ਕੁੱਤਾ ਆਇਆ, ਇਹ ਉੱਠ ਨਹੀਂ ਰਿਹਾ, ਇਹਨੂੰ ਭਾਈ ਤੋੜ ਕੇ ਟੁੱਕ ਪਾ ਦਿਓ। ਕਹਿੰਦੇ ਐਸਾ ਹੈ ਸਿਦਕ, ਕਿਉਂਕਿ ਬੈਠਾ ਰਹਿੰਦਾ ਆਪਣੇ ਮਾਲਕ ਦੇ ਦਰ ਤੇ, ਤਾਂ ਉਹਨੂੰ ਮਾਲਕ ਤੋੜ ਕੇ ਫਿਰ ਟੁੱਕ ਪਾਉਂਦਾ ਹੈ। ਤੀਜੀ ਗੱਲ ਕਹਿ ਦਿੱਤੀ, ਪਾਇਨ ਕੀ ਪਨਹੀ ਰਹਿਤ ਪਰ ਹਰੀ ਪਰੀ, ਤਾਹੂ ਕਾਹੂ ਕਾਜ ਉੱਠ ਚਲਤ ਸੰਭਾਰ ਹੈ। ਕਹਿਣ ਲੱਗੇ ਭਾਈ ਪੈਰਾਂ ਵਿੱਚ ਪਾਈ ਹੋਈ ਜੁੱਤੀ ਕਹਿੰਦੇ ਬਾਹਰ ਬੂਹੇ ਤੇ ਪਈ ਰਹਿੰਦੀ ਹੈ, ਬਾਹਰ ਬੂਹੇ ਤੇ ਕੱਢ ਕੇ ਚਲਿਆ ਜਾਂਦਾ ਹੈ, ਆਪਣੇ ਕੰਮ ਕਾਰਜ ਕਰਦਾ ਹੈ, ਪਰ ਜਦੋਂ ਉਹ ਜੁੱਤੀ ਇੱਕ ਥਾਂ ਪਈ ਰਹਿੰਦੀ ਹੈ, ਤਾਂ ਜਦੋਂ ਵੀ ਮਾਲਕ ਕਿਤੇ ਬਾਹਰ ਨਿਕਲਦਾ ਨਾ, ਤਾਂ ਉਹ ਜੁੱਤੀ ਨੂੰ ਪੈਰਾਂ ਵਿੱਚ ਪਾ ਹੀ ਲੈਂਦਾ ਹੈ, ਕਿਉਂਕਿ ਉਹਨੇ ਦਰ ਨਹੀਂ ਛੱਡਿਆ, ਉਹ ਦਰ ਤੇ ਪਈ ਹੈ। ਦਰ ਤੇ ਪਈ ਜੁੱਤੀ ਨੂੰ ਮਾਲਕ ਪਾ ਲੈਂਦਾ ਹੈ। ਤਾਹੂ ਕਾਹੂ ਕਾਜ ਉੱਠ ਚਲਤ ਸੰਭਾਰ ਹੈ। ਕਹਿਣ ਲੱਗੇ ਫਿਰ ਜਦੋਂ ਆਪਣੇ ਕਾਰਜ ਲਈ ਮਾਲਕ ਜਾਂਦਾ ਹੈ, ਤਾਂ ਉਹ ਜੁੱਤੀ ਨੂੰ ਪੈਰਾਂ ਵਿੱਚ ਪਾ ਕੇ ਲੈ ਜਾਂਦਾ ਹੈ। ਕਿਉਂ ਪਾਉਂਦਾ? ਕਿਉਂਕਿ ਉਹ ਦਰ ਤੇ ਪਈ ਹੈ। ਇਸ ਤਰ੍ਹਾਂ ਸਿਦਕ ਹੋਣਾ ਚਾਹੀਦਾ ਜੁੱਤੀ ਵਰਗਾ। ਜੁੱਤੀ ਮਾਲਕ ਦੇ ਦਰ ਤੇ ਪਈ ਹੈ ਤਾਂ ਮਾਲਕ ਇੱਕ ਦਿਨ ਪਾ ਲੈਂਦਾ ਹੈ। ਕੁੱਤਾ ਮਾਲਕ ਦੇ ਦਰ ਤੇ ਆ ਕੇ ਬਹਿ ਗਿਆ, ਉੱਠਿਆ ਨਹੀਂ, ਤਾਂ ਮਾਲਕ ਨੂੰ ਕਹਿਣ ਲੱਗੇ ਉਹਨੂੰ ਟੁਕੜਾ ਪਾਉਣਾ ਹੀ ਪੈਂਦਾ ਹੈ। ਤੀਜੀ ਗੱਲ ਕਹਿ ਦਿੱਤੀ, ਭਿਖਾਰੀ ਜਦੋਂ ਮੰਗਦਾ ਉਹ ਕਦੇ ਆਪਣਾ ਸੁਭਾਅ ਨਹੀਂ ਛੱਡਦਾ। ਮਾਲਕ ਧੱਕੇ ਵੀ ਮਾਰੇ ਪਰ ਜਿੱਦ ਕਰਕੇ ਬਹਿ ਜਾਂਦਾ ਹੈ, ਤਾਂ ਭਿਖਾਰੀ ਨੂੰ ਵੀ ਮਾਲਕ ਜਿਹੜਾ ਉਹ ਪਾ ਦਿੰਦਾ ਹੈ, ਆਪਣਾ ਕੰਮ ਨਹੀਂ ਛੱਡਦਾ। ਇਸ ਤਰ੍ਹਾਂ ਦਾ ਸਿਦਕ ਕਹਿਣ ਲੱਗੇ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਕਿਹੋ ਜਿਹਾ ਸਿਦਕ? ਛੱਡ ਅਹੰਕਾਰ, ਹੰਕਾਰ ਨੂੰ ਛੱਡ ਕੇ, ਹਉਮੈ ਨੂੰ ਛੱਡ ਕੇ, ਛੱਡ ਅਹੰਕਾਰ, ਛਾਰ ਹੋਏ। ਕਹਿਣ ਲੱਗੇ ਧੂੜ ਬਣ ਜਾ, ਧੂੜ ਬਣ ਜਾ। ਗੁਰ ਮਾਰਗ ਮੈਂ, ਗੁਰੂ ਦੇ ਰਾਹ ਤੇ, ਗੁਰੂ ਦੇ ਰਾਹ ਤੇ ਚੱਲਣ ਦੇ ਲਈ ਕਹਿਣ ਲੱਗੇ ਅਹੰਕਾਰ ਛੱਡ ਕੇ ਧੂੜ ਬਣ ਜਾ, ਭਾਵ ਨਿਮਰਤਾ ਦੇ ਵਿੱਚ ਆ ਜਾ। ਕਬਹੂ ਕਹਿ ਦਇਆ ਕਹਿ ਦਿਆਲ ਪਗ ਧਾਰ ਹੈ। ਕਬਹੂ ਕਹਿ, ਕਦੇ ਤਾਂ, ਕਹਿੰਦੇ ਕਦੇ ਤਾਂ ਦਇਆ ਕਹਿ, ਦਇਆ ਕਰਕੇ, ਕਦੇ ਤਾਂ ਦਇਆ ਕਰਕੇ ਦਿਆਲ, ਉਹ ਦਿਆਲੂ ਪਰਮੇਸ਼ਰ ਪੱਗ ਧਾਰ ਹੈ, ਤੈਨੂੰ ਆਪਣੇ ਚਰਨੀ ਲਾ ਲਏਗਾ, ਤੈਨੂੰ ਆਪਣੇ ਚਰਨਾਂ 'ਚ ਸਥਾਨ ਦੇ ਦੇਗਾ। ਕਦੇ ਤਾਂ ਮਾਲਕ ਨੇ ਤੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਣੀ ਹੈ, ਕਦੇ ਤਾਂ ਉਹ ਦਇਆ ਕਰਕੇ ਦਿਆਲੂ ਤੈਨੂੰ ਚਰਨਾਂ 'ਚ ਥਾਂ ਦੇ ਦੇਗਾ, ਸਥਾਨ ਦੇ ਦੇਗਾ। ਤੂੰ ਆਪਣਾ ਹੰਕਾਰ ਛੱਡ ਕੇ ਛਾਰ ਹੋ ਜਾ, ਧੂੜ ਹੋ ਜਾ। ਜਿਵੇਂ ਇੱਕ ਮੰਗਤਾ ਮਾਲਕ ਤੋਂ ਬਾਰ-ਬਾਰ ਮੰਗੀ ਜਾਂਦਾ ਹੈ, ਮਾਲਕ ਦਾ ਬੁਰਾ ਨਹੀਂ ਮਨਾਉਂਦਾ, ਬੜਾ ਬੁਰਾ ਭਲਾ ਦੇਣ ਵਾਲਾ ਬੋਲਦਾ ਹੈ। ਜਦੋਂ ਮੰਗਦਾ ਮੰਗਤਾ ਬੋਲ ਕਬੋਲ ਸਹਿੰਦਾ ਹੈ, ਪਰ ਮੰਗਣਾ ਨਹੀਂ ਛੱਡ ਦਿੰਦਾ। ਜਿਵੇਂ ਕੁੱਤਾ ਆ ਕੇ ਮਾਲਕ ਦੇ ਦਰ ਤੇ ਬਹਿ ਜਾਂਦਾ ਹੈ,
ਪਰ ਮਾਲਕ ਨੂੰ ਅਖੀਰ ਬੁਰਕੀ ਪਾਉਣੀ ਪੈਂਦੀ ਹੈ, ਟੁਕੜਾ ਪਾਉਣਾ ਪੈਂਦਾ ਹੈ। ਜਿਵੇਂ ਜੁੱਤੀ ਕਹਿੰਦੇ ਦਰ ਤੇ ਪਈ ਰਹਿੰਦੀ ਹੈ, ਪਿਆ ਪਿਆ ਮਾਲਕ ਜਦੋਂ ਕਿਸੇ ਕੰਮ ਕਾਜ ਦੇ ਲਈ ਜਾਂਦਾ ਹੈ ਤਾਂ ਉਹ ਜੁੱਤੀ ਨੂੰ ਪੈਰਾਂ ਵਿੱਚ ਪਾ ਕੇ ਲਿਜਾਂਦਾ ਹੈ। ਇਸੇ ਤਰ੍ਹਾਂ ਐਸਾ ਸਿਦਕ ਹੋਣਾ ਚਾਹੀਦਾ ਹੈ। ਪਹਿਲੀ ਗੱਲ ਕਹੀ ਨਿਮਰਤਾ, ਦੂਜਾ ਸਿਦਕ, ਤੀਜਾ ਕਹਿਣ ਲੱਗਿਆ ਤੈਨੂੰ ਆਪਾ ਸਮਰਪਣ ਕਰਨ ਦੀ ਜਾਚ ਆਉਣੀ ਚਾਹੀਦੀ ਹੈ। ਆਪਾ ਸਮਰਪਣ ਕਰਨਾ, ਆਪਾ ਸਮਰਪ ਕਰਨ ਤੋਂ ਭਾਵ ਇਹ ਆਪਣੇ ਆਪ ਨੂੰ ਗੁਰੂ ਦੇ ਕੋਲੇ ਵੇਚ ਦੇਣਾ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਤੀਜਾ ਕਹਿੰਦੇ ਇਸ ਮਨ ਨੂੰ ਭਾਵ ਆਪਣੀ ਬੁੱਧੀ ਨੂੰ ਛੱਡ ਦੇਈਂ, ਆਪਣੇ ਇਸ ਮਨ ਨੂੰ ਗੁਰੂ ਦੇ ਸਮਰਪਣ ਕਰ ਦੇਈਂ। ਸਤਿਗੁਰ ਕਹੈ ਸੋ ਕਾਰ ਕਮਾਏ ਜੀਓ, ਜੋ ਸਤਿਗੁਰੂ ਦੇ ਬਚਨ ਹਨ ਉਹ ਕਾਰ ਕਮਾਉਣੀ। ਸਤਿਗੁਰੂ ਦੇ ਚਰਨਾਂ 'ਚ ਆਪਣਾ ਮਨ ਵੇਚ ਦੇਣਾ, ਮਨ ਦੀਆਂ ਇਛਾਵਾਂ ਪਰੇ ਰੱਖ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਜੋੜ ਲੈਣਾ, ਅਕਾਲ ਪੁਰਖ ਦੇ ਵਿੱਚ ਜੋੜ ਲੈਣਾ। ਤੀਜੀ ਗੱਲ ਕਹਿੰਦੇ ਤੈਨੂੰ ਆਪਾ ਸਮਰਪਣ ਕਰਨਾ ਆਉਣਾ ਚਾਹੀਦਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਪਰਮੇਸ਼ਰ ਦੇ ਚਰਨਾਂ 'ਚ ਆਪਾਂ ਸਮਰਪਣ ਕਰਦੇ। ਇਹ ਤਿੰਨ ਗੱਲਾਂ ਪਿਆਰਿਓ ਧਿਆਨ ਵਿੱਚ ਰੱਖਣੀ ਹੈ ਜਦੋਂ ਵੀ ਗੁਰੂ ਚਰਨਾਂ 'ਚ ਅਰਦਾਸ ਕਰਨੀ ਹੈ। ਇਹ ਜੀਵ, ਪਹਿਲੀ ਗੱਲ ਤੇਰੇ ਕੋਲੇ ਨਿਮਰਤਾ ਹੋਵੇ, ਆਪਣੇ ਵੱਡੇਪਣ ਦਾ ਅਹਿਸਾਸ ਨਾ ਹੋਵੇ। ਦੂਜਾ ਤੇਰਾ ਸਿਦਕ ਹੋਵੇ ਮਾਲਕ ਦੇ ਚਰਨਾਂ 'ਚ। ਇਹ ਨਹੀਂ ਕਦੇ ਮਾਲਕ ਨੂੰ ਪੂਜ ਲਿਆ, ਕਦੀ ਮੜੀਆਂ ਮਸਾਣੀਆਂ ਅੱਗੇ ਮੱਥਾ ਟੇਕ ਲਿਆ, ਕਦੀ ਕਿਤੇ ਮੱਥਾ ਟੇਕ ਲਿਆ। ਤੇਰੇ ਕੋਲੇ ਸਿਦਕ ਹੋਵੇ, ਬਸ ਦੱਦਾ ਦਾਤਾ ਏਕ ਹੈ। ਇੱਕ ਦੇ ਨਾਲ ਜੁੜ, ਉਸ ਅਕਾਲ ਪੁਰਖ ਦੇ ਨਾਲ ਗੁਰੂ ਜੀ ਜੋੜਦੇ ਹਨ। ਤੀਜੀ ਗੱਲ ਕਹਿ ਦਿੱਤੀ ਤੇਰੇ ਕੋਲ ਆਪਾ ਸਮਰਪਣ ਕਰਨ ਦੀ ਜਾਚ ਹੋਣੀ ਚਾਹੀਦੀ ਹੈ। ਜੋ ਸਤਿਗੁਰੂ ਜੀ ਕਹਿੰਦੇ ਹਨ ਇਹ ਮਨ ਸਤਿਗੁਰੂ ਦੇ ਅਰਪਣ ਕਰ ਦੇਣਾ, ਇਹ ਤਨ ਇਹ ਸਰੀਰ ਗੁਰੂ ਨੂੰ ਅਰਪਣ ਕਰ ਦੇਣਾ। ਆਓ ਪਿਆਰੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਮੇਸ਼ਾ ਹੀ ਜੁੜਨ ਦਾ ਯਤਨ ਕਰੀਏ। ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਫਿਰ ਵਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਇਸ ਤਰ੍ਹਾਂ ਪਰਮੇਸ਼ਰ ਦੇ ਚਰਨਾਂ 'ਚ ਕੀਤੀ ਅਰਦਾਸ ਪੂਰੀ ਹੁੰਦੀ ਹੈ ਜਦੋਂ ਕੋਈ ਆਪਣੀ ਬੁੱਧ ਨੂੰ ਛੱਡ ਕੇ ਉਸ ਅੰਤਰਜਾਮੀ ਤੇ ਪੂਰਨ ਭਰੋਸਾ ਰੱਖ ਕੇ ਦਿਲ ਦੇ ਵਿੱਚੋਂ, ਮਨ ਦੇ ਵਿੱਚੋਂ ਆਪਣੀ ਵੇਦਨਾ ਉਹਦੇ ਅੱਗੇ ਪ੍ਰਗਟ ਕਰਦਾ ਹੈ ਤਾਂ ਪਰਮੇਸ਼ਰ ਸੁਣਦਾ ਹੈ। ਹੋਈਆਂ ਭੁੱਲਾਂ ਚੁੱਕਾਂ ਖਿਮਾ। ਸਾਰੀ ਸੰਗਤ ਦਾ, ਸਾਰੇ ਸਰੋਤਿਆਂ ਦਾ ਬਹੁਤ ਬਹੁਤ